ਭੂਰਿਆਂ ਵਾਲੇ ਰਾਜੇ ਕੀਤੇ ਭਾਗ ਛੇਵਾਂ। ਰਾਹੋਂ ਤੇ ਸਰਹੰਦ ਵਿੱਚ ਸਿੱਖਾਂ ਦੀ ਹਾਰ। ਬਹਾਦਰ ਸ਼ਾਹ ਵੱਡਾ ਲਾਮ ਲਸ਼ਕਰ ਲੈ ਕੇ ਬੰਦਾ ਸਿੰਘ ਵੱਲ ਚੜ੍ਹ ਪਿਆ। ਬਹਾਦਰ ਸ਼ਾਹ ਦਾ ਬੰਦਾ ਸਿੰਘ ਦੇ ਵਿਰੁੱਧ ਅਜਮੇਰੋਂ ਚੜ੍ਹਾਈ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੀਲੋਵਾਲ ਦੀ ਲੜਾਈ ਪਿੱਛੋਂ ਸਿੰਘਾਂ ਦਾ ਦਲ ਕਲਾਨੌਰ ਬਟਾਲੇ ਵੱਲ ਦੀ ਹੁੰਦਾ ਹੋਇਆ ਦਰਿਆ ਬਿਆਸ ਟੱਪ ਪਿਆ। ਸਿੰਘ ਇਹ ਤਿੰਨੋਂ ਲੜਾਈਆਂ ਲੜ ਕੇ ਆਏ ਸਨ ਤੇ ਇਹ ਲੜਾਈਆਂ ਸਿੱਖਾਂ ਦੇ ਸਿਰਮੌਰ ਆਗੂਆਂ ਦੀ ਅਗਵਾਈ ਤੋਂ ਬਿਨਾਂ ਹੀ ਲੜੀਆਂ ਗਈਆਂ ਸਨ। ਫਿਰ ਵੀ ਇਹਨਾਂ ਆਪਣੇ ਵੈਰੀ ਤੋਂ ਆਪਣੇ ਬਾਹੂਬਲ ਦਾ ਲੋਹਾ ਮਨਵਾ ਲਿਆ ਸੀ। ਬੰਦਾ ਸਿੰਘ ਬਹਾਦਰ ਦੇ ਝੰਡੇ ਥੱਲੇ ਲੜਨ ਵਾਲਿਆਂ ਦਾ ਵੱਡਾ ਇੱਕ ਹੀ ਨਿਸ਼ਾਨਾ ਸੀ ਕਿ ਦੇਸ਼ ਭਰ ਚੋਂ ਮੁਗਲਿਆ ਰਾਜ ਦਾ ਕਿਧਰੇ ਵੀ ਨਾਮੋ ਨਿਸ਼ਾਨ ਰਹਿਣ ਨਾ ਦਿੱਤਾ ਜਾਵੇ। ਸਦੀਆਂ ਤੋਂ ਚੱਲੀ ਆ ਰਹੀ ਜ਼ੁਲਮ ਜਬਰ ਤੇ ਗੁਲਾਮੀ ਦੀ ਛੱਟ ਸਦਾ ਲਈ ਹਿੰਦੀਆਂ ਦੇ ਸਿਰੋਂ ਲਾਹ ਦਿੱਤੀ ਜਾਵੇ। ਸੋ ਦਰਿਆਓਂ ਪਾਰ ਹੁੰਦੇ ਹੀ ਸਿੰਘ ਸਿੱਧੇ ਰਾਹੋਂ ਵੱਲ ਵਧੇ ਤੇ ਮਾਮੂਲੀ ਜੀ ਝਾੜ ਪਿੱਛੋਂ ਰਾਹੋਂ ਤੇ ਅਧਿਕਾਰ ਕਰ ਲਿਆ। ਯਾਦ ਰਹੇ ਕਿ ਰਾਹੋਂ ਬਿਸਤ ਦੁਆਬ ਜਲੰਧਰ ਵਿੱਚ ਹੈ। ਸ਼ਮਸ਼ ਖਾਨ ਫੌਜਦਾਰ ਜਲੰਧਰ ਦੁਆਬ ਦਾ ਸਦਰ ਮੁਕਾਮ ਸੁਲਤਾਨਪੁਰ ਲੋਧੀ ਸੀ। ਪਤਾ ਲੱਗਦਿਆਂ ਸਾਰ ਉਹ 5000 ਸਵਾਰ ਲੈ ਕੇ ਸਿੱਖਾਂ ਦੇ ਟਾਕਰੇ ਲਈ ਰਾਹੋਂ ਵੱਲ ਵਧਿਆ। ਰਾਹੋਂ ਦੇ ਕਿਲੇ ਵਿੱਚ ਦਾਣੇ ਪੱਠੇ ਦਾ ਕੋਈ ਜ਼ਖੀਰਾ ਨਹੀਂ ਸੀ ਤੇ ਨਾ ਹੀ ਛੇਤੀ ਨਾਲ ਇਹ ਪ੍ਰਬੰਧ ਹੋ ਸਕਦਾ ਸੀ। ਸ਼ਮਸ਼ ਖਾਨ ਨਾਲ ਦੋ ਹੱਥ ਕਰਨ ਲਈ ਕਿਲਾ ਛੱਡ ਕੇ ਸਿੰਘ ਨਿੱਧਰੇ ਮੈਦਾਨ ਵਿੱਚ ਆ ਗਏ। ਉਹ ਘੇਰੇ ਵਿੱਚ ਆ ਕੇ ਭੁੱਖੇ ਧਿਆਏ ਨਹੀਂ ਸਨ ਮਰਨਾ ਚਾਹੁੰਦੇ। ਦਿਨ ਚੜ੍ਹਦੇ ਨਾਲ ਲੜਾਈ ਦਾ ਆਰੰਭ ਹੋਇਆ। ਯਾਕੂਬ ਖਾਂ ਦਾ ਬਾਗ ਜੋ ਕਈ ਏਕੜਾਂ ਵਿੱਚ ਸੀ, ਲੜਾਈ ਦਾ ਅਖਾੜਾ ਬਣਿਆ ਤੇ ਦੋਹਾਂ ਧਿਰਾਂ ਨੇ ਚੰਗੇ ਹੱਥ ਦੱਸੇ। ਗੱਲ ਕਿਸੇ ਪਾਸੇ ਨਾ ਲੱਗੀ। ਜੰਮੂ ਦਾ ਗਵਰਨਰ ਬਾਜੀਦ ਖਾਂ ਜੋ ਸ਼ਮਸ ਖਾਂ ਦਾ ਚਾਚਾ ਸੀ, ਉਹ ਵੀ ਆਪਣੀ ਫੌਜ ਲੈ ਕੇ ਸ਼ਮਸ ਖਾਂ ਦੀ ਸਹਾਇਤਾ ਲਈ ਆਣ ਮਿਲਿਆ। ਇਸ ਤੋਂ ਪਿੱਛੋਂ ਉਮਰ ਖਾਂ ਕਸੂਰ ਦਾ ਨਵਾਬ ਆਪਣੇ ਜੰਗਜੂ ਸਵਾਰਾਂ ਨਾਲ ਸ਼ਮਸ ਖਾਨ ਦੀ ਮਦਦ ਤੇ ਪਹੁੰਚ ਗਿਆ। ਹੁਣ ਲੜਾਈ ਦਾ ਰੰਗ ਬਿਲਕੁਲ ਬਦਲ ਗਿਆ। ਸਿੱਖ ਤਾਂ ਪਹਿਲਾਂ ਹੀ ਕਈ ਗੁਣਾ ਥੋੜੇ ਸਨ। ਇਸ ਮਿਲੇ ਜੁਲੇ ਟਿੱਡੀ ਦਲ ਨੇ ਸਿੱਖਾਂ ਦੇ ਪੈਰ ਉਖੇੜ ਦਿੱਤੇ ਤੇ ਉਹ ਭੱਜ ਕੇ ਸ਼ਹਿਰ ਕਿਲੇ ਅੰਦਰ ਜਾ ਵੜੇ ਤੇ ਕਿਲਾ ਬੰਦ ਹੋ ਕੇ ਲੜਾਈ ਜਾਰੀ ਰੱਖੀ। ਇਸਲਾਮੀ ਲਸ਼ਕਰ ਮੈਦਾਨ ਵਿਚਲੀ ਲੜਾਈ ਵਿੱਚ ਹੀ ਹਾਵੀ ਹੋ ਚੁੱਕਾ ਸੀ। ਸੋ ਦੁਸ਼ਮਣ ਸ਼ਹਿਰ ਦੇ ਕਿਲੇ ਨੂੰ ਘੇਰਾ ਘੱਤ ਕੇ ਬੈਠ ਗਿਆ ਤੇ ਅੰਦਰ ਕਿਸੇ ਵੀ ਕਿਸਮ ਦਾ ਰਸਤ ਪਾਣੀ ਤੇ ਘਾਹ ਪੱਠਾ ਜਾਣੋਂ ਰੋਕ ਦਿੱਤਾ ਗਿਆ। ਮੁਗਲ ਸੈਨਾ ਗਿਣਤੀ ਵਿੱਚ ਕਈ ਗੁਣਾ ਵੱਧ ਹੁੰਦਿਆਂ ਵੀ ਕਿਲੇ ਲਾਗੇ ਤਾਂ ਕੀ ਜਾਣਾ ਸੀ, ਸ਼ਹਿਰ ਅੰਦਰ ਵੜਨੋਂ ਵੀ ਕਤਰਾਂਦੀ ਰਹੀ। ਸ਼ਹਿਰ ਅੰਦਰ ਉਜੜੇ ਪੁਜੜੇ ਘਰਾਂ 'ਚੋਂ ਜੋ ਅੰਨ ਦਾਣਾ ਆਦਿ ਮਿਲਿਆ, ਉਸ ਨਾਲ ਗੁਜ਼ਾਰਾ ਕਰਕੇ ਸਿੱਖ ਕਿਲੇ ਤੇ ਸ਼ਹਿਰ ਪਨਾਹ ਅੰਦਰੋਂ ਮੁਕਾਬਲਾ ਕਰਦੇ ਰਹੇ। ਸ਼ਹਿਰ ਪਨਾਹ ਦਾ ਭਾਵ ਸ਼ਹਿਰ ਦੇ ਬਚਾਅ ਲਈ ਉੱਚੀ ਕੰਧ, ਜਿਸ ਵਿੱਚ ਵੱਡੇ ਵੱਡੇ 5-7 ਦਰਵਾਜ਼ੇ ਰੱਖੇ ਜਾਂਦੇ ਸਨ ਤੇ ਸਾਰੀ ਆਵਾਜਾਈ ਇਹਨਾਂ ਵਿੱਚ ਦੀ ਹੁੰਦੀ ਸੀ। ਇਹ ਰਾਤ ਪੈਣ ਤੇ ਬੰਦ ਹੋ ਜਾਂਦੇ ਸਨ। ਸ਼ਹਿਰ ਨੂੰ ਦੁਸ਼ਮਣ ਤੋਂ ਬਚਾਉਣ ਲਈ ਵੀ ਇਹ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ। ਫਸੀਲ ਉੱਤੇ ਤੋਪਾਂ ਬੀੜ ਦਿੱਤੀਆਂ ਜਾਂਦੀਆਂ ਸਨ। ਫੌਜ ਦੇ ਨਾਲ ਸ਼ਹਿਰ ਦੇ ਗੱਭਰੂ ਮੌਕੇ ਤੇ ਹਥਿਆਰ ਲੈ ਕੇ ਦਰਵਾਜ਼ਿਆਂ ਤੇ ਫਸੀਲ ਦੀ ਰਾਖੀ ਕਰਿਆ ਕਰਦੇ ਸਨ। ਕਿਲਿਆਂ ਦੁਆਲੇ ਖੰਦਕਾਂ ਹੁੰਦੀਆਂ ਸਨ ਜੋ ਆਮ ਤੌਰ ਤੇ ਪਾਣੀ ਨਾਲ ਭਰੀਆਂ ਰਹਿੰਦੀਆਂ ਸਨ। ਬਾਹਰਲੇ ਪਾਸਿਓਂ ਕਿਲੇ ਦੇ ਦਰਵਾਜ਼ੇ ਨੂੰ ਇੱਕ ਲੱਕੜੀ ਦੇ ਮਜ਼ਬੂਤ ਪੁਲ ਨਾਲ ਇੰਜ ਮਿਲਾਇਆ ਜਾਂਦਾ ਸੀ ਕਿ ਦੁਸ਼ਮਣ ਦੇ ਹਮਲਾ ਕਰਨ ਸਮੇਂ ਇਹ ਰੱਸਿਆਂ ਨਾਲ ਪਛਾਂ ਖਿੱਚ ਲਿਆ ਜਾਂਦਾ ਸੀ। ਸਿੱਖਾਂ ਨੂੰ ਇਸ ਹਾਲਤ ਵਿੱਚ ਕਿਸੇ ਪਾਸਿਓਂ ਤੁਰੰਤ ਸਹਾਇਤਾ ਦੀ ਕੋਈ ਆਸ ਨਹੀਂ ਸੀ। ਸੋ ਇਹੋ ਫੈਸਲਾ ਕੀਤਾ ਕਿ ਅੰਦਰ ਘਿਰ ਕੇ ਭੁੱਖੇ ਮਰਨ ਨਾਲੋਂ ਘੇਰਾ ਤੋੜ ਕੇ ਨਿਕਲ ਜਾਇਆ ਜਾਵੇ। ਸੋ ਇੱਕ ਪਾਸੇ ਆਪਣਾ ਉਲਾਰ ਦਾ ਝਾਕਾ ਦੇ ਕੇ ਕਮਜ਼ੋਰ ਬਾਹੀ ਚੀਰ ਕੇ ਨਿਕਲ ਗਏ। ਸ਼ਹਿਰ ਤੇ ਕਿਲਾ ਸਿੱਖਾਂ ਪਾਸੋਂ ਜਾਂਦਾ ਰਿਹਾ ਤੇ ਉਹਨਾਂ ਨੂੰ ਦੁਰਾਡੇ ਧੱਕ ਦਿੱਤਾ ਗਿਆ। ਇਹ ਨਵੰਬਰ 1710 ਈਸਵੀ ਦੀ ਘਟਨਾ ਹੈ। ਸ਼ਮਸ ਖਾਨ ਆਪਣਾ ਲਾਮ ਲਸ਼ਕਰ ਲੈ ਕੇ ਸਰਹੰਦ ਉੱਤੇ ਜਾ ਪਿਆ। ਬਾਜ ਸਿੰਘ ਤੇ ਆਲੀ ਸਿੰਘ ਹਾਰ ਗਏ
ਤੇ ਸਰਹੰਦ ਸ਼ਮਸ਼ ਖਾਨ ਦੇ ਕਬਜ਼ੇ ਵਿੱਚ ਆ ਗਿਆ। ਉਹ ਸਿੱਖ ਜੋ ਸਮੇਂ ਸਿਰ ਨਿਕਲ ਨਾ ਸਕੇ ਫੜ ਕੇ ਕਤਲ ਕਰਾ ਦਿੱਤੇ ਗਏ। ਬਾਜ ਸਿੰਘ ਤੇ ਆਲੀ ਸਿੰਘ ਆਪਣੀ ਬਚੀ ਫੌਜ ਲੈ ਕੇ ਲੋਹਗੜ੍ਹ ਵੱਲ ਹਟ ਗਏ। ਸਿੱਖਾਂ ਵੱਲੋਂ ਸਰਹੰਦ ਉੱਤੇ ਕਾਇਮ ਕੀਤਾ ਹੋਇਆ ਰਾਜਸੀ ਪ੍ਰਬੰਧ ਇੱਕ ਵਾਰ ਫੇਰ ਖਤਮ ਕਰ ਦਿੱਤਾ ਗਿਆ। ਬਹਾਦਰ ਸ਼ਾਹ ਦਾ ਬੰਦਾ ਸਿੰਘ ਦੇ ਵਿਰੁੱਧ ਅਜਮੇਰੋਂ ਚੜ੍ਹਾਈ ਕਰਨਾ। ਬਹਾਦਰ ਸ਼ਾਹ ਦਾ ਭਰਾ ਕਾਮ ਬਖਸ਼, ਜੋ ਤਖਤ ਦੀ ਲੜਾਈ ਵਿੱਚ ਸ਼ਾਮਲ ਨਾ ਹੋਣ ਕਰਕੇ ਬਚ ਗਿਆ ਸੀ, ਇਸ ਵੇਲੇ ਦੱਖਣ ਵਿੱਚ ਸੀ। ਉਹ ਗੁਜਰਾਤ ਦਾ ਸੂਬੇਦਾਰ ਸੀ ਤੇ ਅੱਖ ਉਸ ਦੀ ਵੀ ਪਿਓ ਦੀ ਗੱਦੀ ਤੇ ਸੀ। ਉਸ ਨੇ ਆਪਣੀ ਕਾਫੀ ਤਾਕਤ ਵਧਾ ਲਈ ਤੇ ਖੁੱਲੀ ਬਗਾਵਤ ਕਰਕੇ ਆਪਣੇ ਆਪ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਕਹਿਣ ਲੱਗਾ। ਨੰਦੇੜ ਤੋਂ ਬਾਦਸ਼ਾਹ ਗੁਜਰਾਤ ਵੱਲ ਵਧਿਆ। ਜਨਵਰੀ 1709 ਈਸਵੀ ਵਿੱਚ ਕਾਮ ਬਖਸ਼ ਹਾਰ ਕੇ ਮਾਰਿਆ ਗਿਆ। ਬਹਾਦਰ ਸ਼ਾਹ ਆਪਣੇ ਰਾਜਸੀ ਪ੍ਰਬੰਧ ਦੀ ਮਜ਼ਬੂਤੀ ਲਈ ਦੱਖਣ ਵਿੱਚ 1 ਸਾਲ ਭਰ ਰੁੱਝਾ ਰਿਹਾ। ਅਜੇ ਇਹ ਇੱਧਰ ਹੀ ਸੀ ਕਿ ਰਾਜਪੂਤਾਨੇ, ਹੁਣ ਦਾ ਰਾਜਸਥਾਨ, ਦੇ ਕਈ ਸਿਰ ਕੱਢ ਰਾਜਪੂਤ ਰਾਜਿਆਂ ਨੇ ਦਿੱਲੀ ਹਕੂਮਤ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰਕੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਇਸ ਭਖ ਦੀ ਅੱਗ ਨੂੰ ਦਬਾਉਣ ਲਈ ਬਹਾਦਰ ਸ਼ਾਹ ਮਈ 1710 ਈਸਵੀ ਨੂੰ ਇੱਧਰ ਆਣ ਪਹੁੰਚਾ। ਬੰਦਾ ਸਿੰਘ ਨੇ 12 ਮਈ 1710 ਈਸਵੀ ਨੂੰ ਚੱਪੜਚਿੜੀ ਦੀ ਲੜਾਈ ਵਿੱਚ ਵਜ਼ੀਰ ਖਾਂ ਨੂੰ ਮਾਰ ਕੇ ਮੁਗਲਿਆ ਫੌਜ ਨੂੰ ਬੜੀ ਤਕੜੀ ਭਾਂਜ ਦਿੱਤੀ ਸੀ ਤੇ ਸਰਹੰਦ ਦੀ ਬੁਰੀ ਬਰਬਾਦੀ ਹੋਈ ਸੀ। ਸੂਬਾ ਸਰਹੰਦ ਦਾ ਲੜਕਾ ਤੇ ਖਵਾਜਾ ਮਾਸੂਮ ਸਰਹੰਦੀ ਨਕਸ਼ਬੰਦੀ ਦਾ ਲੜਕਾ ਆਪਣੇ ਟੱਬਰ ਕਬੀਲੇ ਨੂੰ ਲੈ ਬਚ ਕੇ ਨਿਕਲ ਗਏ ਸਨ। ਸਰਹੰਦ ਦੇ ਕੁਝ ਹੋਰ ਪਤਵੰਤੇ ਤੇ ਕੁਝ ਸੱਜਦ ਇਹਨਾਂ ਲੜਕਿਆਂ ਨਾਲ ਰਲ ਕੇ ਬਾਲ ਬੱਚੇ ਨੂੰ ਦਿੱਲੀ ਛੱਡ ਵਾਹੋਦਾਹੀ ਬਾਦਸ਼ਾਹ ਅੱਗੇ ਇਨਸਾਫ ਲਈ ਫਰਿਆਦ ਕਰਨ ਖਾਤਰ ਦੱਖਣ ਵੱਲ ਹੋ ਤੁਰੇ। ਇਹ ਵਫਦ ਬਾਦਸ਼ਾਹ ਪਾਸ ਅਜਮੇਰ ਜਾ ਰੋਇਆ ਪਿੱਟਿਆ। ਕਾਫਰਾਂ ਨੇ ਮਾਰ-ਮਾਰ ਸਰਹੰਦ ਬਰਬਾਦ ਕਰ ਦਿੱਤੀ ਹੈ। ਸੱਜਦ, ਮੁਗਲ, ਪਠਾਨ, ਉੱਗੇ ਘਰਾਣੇ ਮਾਰ ਖਪਾਏ ਹਨ। ਮਸੀਤਾਂ ਢਾਹ ਸੁੱਟੀਆਂ ਹਨ। ਸਮਾਣਾ, ਸਢੌਰਾ, ਅਲੀਸ਼ਾਨ ਮੁਸਲਮਾਨੀ ਸ਼ਹਿਰ ਦਰੜ ਸੁੱਟੇ ਹਨ। ਮੋਮਨਾਂ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ। ਦਰਿਆ ਜਮਨਾ ਤੇ ਰਾਵੀ ਦੇ ਵਿਚਕਾਰ ਮੁਗਲਿਆ ਰਾਜ ਦੇ ਪਰਖੱਚੇ ਉਡਾ ਦਿੱਤੇ ਹਨ। ਬਹੁਤ ਸਾਰੇ ਮੁਸਲਮਾਨ ਇਸਲਾਮ ਤਿਆਗ ਕੇ ਸਿੱਖ ਬਣ ਗਏ ਹਨ। ਖੁਦਾ ਦਾ ਕਹਿਰ ਵਰਤ ਗਿਆ ਹੈ। ਇੰਨੇ ਮੁਲਕ ਵਿੱਚ ਕਿਧਰੇ ਅਜ਼ਾਨ ਸੁਣਾਈ ਨਹੀਂ ਦਿੰਦੀ। ਜਾਗੀਰਾਂ ਖਤਮ ਕਰਕੇ ਜ਼ਮੀਨ ਹਲਵਾਕਾਂ ਵਿੱਚ ਵੰਡ ਦਿੱਤੀ ਹੈ। ਕਾਫਰ ਤੇ ਕਾਇਰ ਹਿੰਦੂ ਪਹੁਲ ਲੈ ਕੇ ਬੰਦੇ ਨਾਲ ਰਲਦਾ ਜਾਂਦਾ ਹੈ। ਜਿਹੜੇ ਕੱਲ ਅੱਖਾਂ ਨਹੀਂ ਸਨ ਚੁੱਕਦੇ, ਸਿੰਘ ਬਣ ਕੇ ਸਾਨੂੰ ਘੂਰ ਕੇ ਵੇਖਣ ਲੱਗ ਪਏ ਹਨ। ਬੰਦਾ ਸਿੰਘ ਨੇ ਜਜ਼ੀਆ ਹੁਕਮਨ ਬੰਦ ਕਰ ਦਿੱਤਾ ਹੈ। ਸਰਕਾਰੀ ਖਜ਼ਾਨੇ ਲੁੱਟ ਕੇ ਇਹ ਕਹਿ ਹਿੰਦੂਆਂ ਵਿੱਚ ਵੰਡ ਰਿਹਾ ਹੈ ਕਿ ਸਰਕਾਰ ਪਾਸੋਂ ਮੈਂ ਤੁਹਾਡਾ ਦਿੱਤਾ ਜਜ਼ੀਆ ਵਾਪਸ ਮੁੜਵਾ ਰਿਹਾ ਹਾਂ। ਉਹਨਾਂ ਤਾਕਤ ਨਾਲ ਵਸੂਲਿਆ ਸੀ, ਖਾਲਸਾ ਆਪਣੇ ਖੌਸੜੇ ਨਾਲ ਵਾਪਸ ਕਰਵਾ ਰਿਹਾ ਹੈ। ਅਹਿਦੀਆਂ ਤੇ ਸਜਦਾਂ ਦੀਆਂ ਪਾਲਕੀਆਂ ਕੋਈ ਨਹੀਂ ਚੁੱਕਦਾ। ਆਲਮਾਂ, ਹਾਕਮਾਂ ਤੇ ਸਜਦਾਂ ਦੀ ਹਿੰਦੂਆਂ ਵੱਲੋਂ ਖਿਦਮਤ ਖਤਮ, ਜਾਗੀਰਦਾਰੀ ਤੋੜੀ, ਜਜ਼ੀਆ ਬੰਦ, ਅਜ਼ਾਨ ਤੇ ਰੋਕ, ਈਦ ਤੇ ਗਾਂ ਦੀ ਕੁਰਬਾਨੀ ਦੀ ਮਨਾਹੀ, ਗੋਸ਼ਤ ਲਈ ਗਾਂ ਹਲਾਲ ਕਰਨ ਤੇ ਪਾਬੰਦੀ। ਹਕੂਮਤ ਦਾ ਕੰਮ ਤਾਂ ਤਹਿਸ ਨਹਿਸ ਹੋ ਹੀ ਗਿਆ, ਇਸਲਾਮ ਵੀ ਬਰਬਾਦ। ਮੁੱਕਦੀ ਗੱਲ, ਹੋਈਆਂ ਅਣਹੋਈਆਂ ਵਧਾ ਚੜਾ ਝੂਠ ਨਾਲ ਖੂਬ ਲਿੰਬ ਪੋਚ ਕੇ ਦਸੀਆਂ। ਹੋਰ ਤਪਾਇਆ ਕਿ ਜ਼ਿਲ੍ਹੇ ਇਲਾਹੀ ਤੁਹਾਡੀ ਸ਼ਾਹੀ ਹੁਣ ਕਿੱਥੇ ਰਹੀ। ਕਾਫਰਾਂ ਦੇ ਦਲਾਂ ਦੀਆਂ ਕਾਗਾਂ ਚੜੀਆਂ ਆਉਂਦੀਆਂ ਹਨ। ਜੇ ਰਤਾ ਮਾਸਾ ਵੀ ਦੇਰੀ ਹੋਈ ਤਾਂ ਇਹ ਚੜ੍ਹਿਆ ਸੈਲਾਬ ਹਜ਼ੂਰ ਦੇ ਵੱਡ ਵਡੇਰਿਆਂ ਵੱਲੋਂ ਤਲਵਾਰਾਂ ਮਾਰ ਕੇ ਕਾਇਮ ਕੀਤਾ ਹੋਇਆ ਇਸਲਾਮੀ ਰਾਜ ਪਲਾਂ ਵਿੱਚ ਰੋੜ ਕੇ ਲੈ ਜਾਵੇਗਾ। ਤੁਸੀਂ ਛੇਤੀ ਕੂਚ ਕਰੋ ਤੇ ਮੁਲਕ ਬਚਾਵੋ। ਐਸਾ ਨਾ ਹੋਵੇ ਕਿ ਤੁਸੀਂ ਇੱਥੇ ਹੀ ਬੈਠੇ ਰਹਿ ਜਾਵੋ ਤੇ ਉਧਰ ਕਾਫਰ ਦਿੱਲੀ ਤੇ ਵੀ ਸਰਹੰਦ ਵਾਂਗ ਕਬਜ਼ਾ ਕਰ ਲੈਣ ਤੇ ਹਜ਼ੂਰ ਨੂੰ ਆਪਣੇ ਪੜਦਾਦਾ ਦੇ ਅੱਬਾ ਹਜ਼ੂਰ ਹਮਾਯੂ ਵਾਂਗ ਮੁਲਕ ਬਦਰ ਹੋਣਾ ਪਵੇ। ਰਾਜ ਤਾਂ ਮਿਟੇਗਾ ਹੀ, ਨਾਲ ਇਸਲਾਮ ਦੀ ਵੀ ਖੈਰ ਨਹੀਂ। ਸੁਣ ਕੇ ਬਾਦਸ਼ਾਹ ਤਾਂਬੇ ਵਾਂਗ ਭਖ ਉੱਠਿਆ।
ਬਾਦਸ਼ਾਹਾਂ ਨੇ ਰਾਜਪੂਤ ਬਾਗੀ ਰਾਜਿਆਂ ਦੀ ਬਗਾਵਤ ਨੂੰ ਕੁਚਲਣ ਲਈ ਹੋਰ ਉਲਝਣ ਤੇ ਅਟਕਣ ਦੀ ਥਾਂ ਉਹਨਾਂ ਨਾਲ ਬੜੀ ਕਾਹਲੀ ਵਿੱਚ ਸੁਲ੍ਹਾ ਦੀਆਂ ਸ਼ਰਤਾਂ ਤੈਅ ਕਰ ਲਈਆਂ ਤੇ ਕੂਚ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਰਾਜਪੂਤਾਂ ਨਾਲ ਇੰਜ ਨਿਬੇੜ ਕੇ ਬਹਾਦਰ ਸ਼ਾਹ ਨੇ ਜੂਨ 1710 ਈਸਵੀ ਦੇ ਅਖੀਰਲੇ ਦਿਨੀ ਅਜਮੇਰੋਂ ਪੰਜਾਬ ਵੱਲ ਕੂਚ ਕਰ ਦਿੱਤਾ। ਕਈ ਹਿੰਦੂ ਰਾਜਪੂਤ ਰਾਜੇ ਬਾਦਸ਼ਾਹ ਤੇ ਮੁਗਲ ਰਾਜ ਦੀ ਖੈਰ ਖਾਈ ਤੇ ਨਮਕ ਹਲਾਲੀ ਵਿੱਚ ਇੰਨੇ ਲੀਨ ਹੋ ਗਏ ਕਿ ਉਹ ਵੀ ਆਪਣੇ ਦਲ ਲੈ ਕੇ ਬਾਦਸ਼ਾਹ ਦੀ ਜੰਗੀ ਸਹਾਇਤਾ ਲਈ ਪੰਜਾਬ ਵੱਲ ਨਾਲ ਹੀ ਤੁਰ ਪਏ। ਇਹਨਾਂ ਚੋਂ ਉੱਗੇ ਚਤਰਸਾਲ ਬੁੰਦੇਲ ਤੇ ਉਦੇਤ ਸੈਨ ਬੁੰਦੇਲਾ ਸਨ। ਬਾਦਸ਼ਾਹ ਨੇ ਤੇਜ਼ ਰਫ਼ਤਾਰ ਸਵਾਰਾਂ ਰਾਹੀਂ ਸੂਬੇਦਾਰ ਇਲਾਹਾਬਾਦ, ਸੂਬੇਦਾਰ ਲਖਨਊ, ਸੂਬੇਦਾਰ ਮੁਰਾਦਾਬਾਦ, ਸੂਬੇਦਾਰ ਦਿੱਲੀ, ਬਾਹਰਾ ਸਾਦਾਤ ਤੇ ਸਰਦਾਰ ਸੱਜਦ ਅਬਦੁੱਲਾ ਨੂੰ ਹੁਕਮ ਜਾਰੀ ਕੀਤੇ ਕਿ ਆਪਣੀਆਂ ਫੌਜਾਂ ਲੈ ਕੇ ਬਾਦਸ਼ਾਹੀ ਲਸ਼ਕਰ ਨਾਲ ਆਣ ਮਿਲਣ। ਜੁਲਾਈ 1710 ਈਸਵੀ ਵਿੱਚ ਬਾਦਸ਼ਾਹ ਨੇ ਖਾਨ ਨੂੰ ਗਵਰਨਰ ਥਾਪ ਦਿੱਤਾ। ਫਿਰੋਜ਼ ਖਾਂ ਮੇਵਾਤੀ, ਜੋ ਇੱਕ ਪ੍ਰਸਿੱਧ ਸੂਰਮਾ ਸੀ, ਮੋਰਖੇ ਸੁਰੱਖਿਆ ਦਲ ਦਾ ਕਮਾਂਡਰ ਬਣਾਇਆ ਗਿਆ। ਮੁਹੰਮਦ ਅਮੀਨ ਖਾਨ, ਜੋ ਮੁਰਾਦਾਬਾਦ ਦਾ ਸੂਬੇਦਾਰ ਸੀ, ਆਪਣੇ ਪੁੱਤ ਕਮਰਦੀਨ ਖਾਨ ਪਿੱਛੋਂ ਇਹ ਦੋਵੇਂ ਪਿਓ ਪੁੱਤ ਵਾਰੋ-ਵਾਰੀ ਦਿੱਲੀ ਦੇ ਵਜ਼ੀਰੇ ਆਜ਼ਮ ਬਣੇ ਤੇ ਫੌਜ ਸਮੇਤ ਬਾਦਸ਼ਾਹ ਨੂੰ ਹਰਿਆਣੇ ਵਿੱਚ ਮਿਲੇ। ਬਾਹਰਾ ਸਾਦਾਤ ਦੇ ਇੱਕ ਹੋਰ ਜੰਗਜੂ ਸੱਜਦ ਵਜੀਹਉਦੀਨ ਦੇ ਤਹਿਤ ਇੱਕ ਤਕੜਾ ਸ਼ਕਤੀਸ਼ਾਲੀ ਫੌਜੀ ਦਸਤਾ ਫਿਰੋਜ਼ ਖਾਂ ਮੇਵਾਤੀ ਦੀ ਸਹਾਇਤਾ ਲਈ ਅੱਗੇ ਨੂੰ ਤੋਰ ਦਿੱਤਾ। ਬਾਦਸ਼ਾਹ ਦਿੱਲੀ ਲਾਗੇ ਪਹੁੰਚ ਚੁੱਕਾ ਸੀ ਤੇ ਬਾਹਰ ਕੈਂਪ ਵਿੱਚ ਹੀ ਸੀ। ਢੰਡੋਰਚੀਆਂ ਰਾਹੀਂ ਸਾਰੇ ਲਸ਼ਕਰ ਤੇ ਦਿੱਲੀ ਸ਼ਹਿਰ ਵਿੱਚ ਸਖਤੀ ਨਾਲ ਆਪਣੇ ਹੁਕਮ ਦੀ ਮੁਨਾਦੀ ਕਰਾ ਦਿੱਤੀ ਕਿ ਨਾ ਕੋਈ ਲਸ਼ਕਰ ਚੋਂ ਦਿੱਲੀ ਵੱਲ ਜਾਵੇ ਤੇ ਨਾ ਹੀ ਕੋਈ ਦਿੱਲੀੋਂ ਬਾਹਰ ਨਿਕਲੇ। ਸੋਨੀਪਤ ਦੀ ਜ਼ਿੰਮੇਵਾਰੀ ਕੋਕਲਤਾਸ਼ ਖਾਨ ਨੂੰ ਸੌਂਪੀ ਗਈ। ਬਹਾਦਰ ਸ਼ਾਹ ਦੇ ਮਨ ਤੇ ਸਿੱਖੀ ਸਰੂਪ ਦਾ ਬੜਾ ਭੈ ਬਣ ਚੁੱਕਾ ਸੀ। ਉਨੀ ਦਿਨੀ ਹਿੰਦੂ ਵੀ ਸਿੱਖਾਂ ਤੇ ਮੁਸਲਮਾਨਾਂ ਦੇ ਵੇਖੋ ਵੇਖੀ ਦਾੜੀਆਂ ਰੱਖਣ ਲੱਗ ਪਏ ਸਨ। ਬਾਦਸ਼ਾਹ ਨੂੰ ਤੌਖਲਾ ਸੀ ਕਿ ਕਿਧਰੇ ਸਿੱਖ ਉਸ ਦੇ ਕੈਂਪ ਵਿੱਚ ਘੁਸ ਕੇ ਕੋਈ ਨੁਕਸਾਨ ਨਾ ਕਰ ਸਕਣ। ਇਸ ਦੇ ਬਚਾਅ ਵਜੋਂ ਉਸ ਨੇ ਆਰੰਭ ਸਤੰਬਰ 1710 ਈਸਵੀ ਨੂੰ ਹੁਕਮ ਜਾਰੀ ਕੀਤਾ ਕਿ ਉਸ ਦੇ ਕੈਂਪ ਵਿੱਚ ਸਾਰੇ ਹਿੰਦੂ ਦਾੜੀਆਂ ਮਨਵਾ ਦੇਣ। ਇਸ ਹੁਕਮ ਦੀ ਫੌਰਨ ਤਾਮੀਲ ਕੀਤੀ ਗਈ। ਰਸਤੇ ਦੇ ਸਾਰੇ ਨਵਾਬ ਤੇ ਜਗੀਰਦਾਰ ਆਪਣੇ ਆਪਣੇ ਦਲ ਤੇ ਮੁਲਖਈਆ ਨਾਲ ਲੈ ਕੇ ਸ਼ਾਹੀ ਲਸ਼ਕਰ ਵਿੱਚ ਰਲਦੇ ਗਏ। ਹਰ ਕੋਈ ਚਾਹੁੰਦਾ ਸੀ ਕਿ ਉਹ ਬਾਦਸ਼ਾਹ ਤੇ ਇਸਲਾਮ ਦੀ ਵੱਧ ਚੜ੍ਹ ਕੇ ਸੇਵਾ ਕਰੇ ਅਤੇ ਨਾਮਣਾ ਤੇ ਸਵਾਬ ਖੱਟੇ। ਹਿੰਦੂ ਵੀ ਪਛਾਣ ਆ ਰਹੇ। ਭਰਤਪੁਰ ਰਾਜਸਥਾਨ ਦਾ ਤੜਵੈਲ ਜਗੀਰਦਾਰ ਚੂੜਾਮਣ ਜਾਟ ਨੇ ਵੀ ਆਪਣੇ ਸਾਰੇ ਲਾਮ ਲਸ਼ਕਰ ਸਮੇਤ ਦਿੱਲੀ ਲਾਗੇ ਪਾਤਸ਼ਾਹ ਦੀ ਸੇਵਾ ਵਿੱਚ ਫਰਮਾ ਬਰਦਾਰੀ ਤੇ ਨਮਕ ਹਲਾਲੀ ਵਜੋਂ ਆਣ ਸਿਰ ਝੁਕਾਇਆ ਤੇ ਸ਼ਾਹੀ ਲਸ਼ਕਰ ਵਿੱਚ ਸ਼ਾਮਲ ਹੋ ਗਿਆ। ਸ਼ਾਹੀ ਕੈਂਪ ਦਾ ਕੋਈ ਆਰ ਪਾਰ ਨਹੀਂ ਸੀ ਦਿਸਦਾ। ਇਹ ਸਾਰਾ ਲਾਤਾਦਾਦ ਲਸ਼ਕਰ ਸਮੇਂ ਦੇ ਹਰ ਤਰ੍ਹਾਂ ਦੇ ਹਥਿਆਰ, ਅਸਲੇ, ਜਰਾਹਾਂ ਤੇ ਰਸਤ ਪੱਠੇ ਨਾਲ ਲੈਸ ਹੋ ਕੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਅਗਵਾਈ ਵਿੱਚ ਉਹਨਾਂ ਮਨ ਚਲਿਆਂ ਆਜ਼ਾਦੀ ਦੇ ਪਰਵਾਨਿਆਂ ਨਾਲ ਟਕਰਾਉਣ ਜਾ ਰਿਹਾ ਸੀ, ਜਿਨ੍ਹਾਂ ਪਾਸ ਨਾ ਤਾਂ ਪੂਰੇ ਹਥਿਆਰ, ਨਾ ਹੀ ਗੋਲੀ ਸਿੱਕਾ ਅਤੇ ਨਾ ਹੀ ਰਸਤ ਪਾਣੀ ਹੀ ਸੀ। ਸਿਰਫ ਦੇਸ਼ ਧਰਮ ਦੀ ਸ਼ਮਾ ਉੱਤੇ ਭੁੱਜ ਮਰਨ ਦੀ ਹੀ ਰੀਝ ਸੀ। ਹਿੰਦੁਸਤਾਨ ਦੀ ਬਾਦਸ਼ਾਹੀ, ਐਡਾ ਵੱਡਾ ਗਿਣਤੀ ਰਹਿਤ ਲਸ਼ਕਰ ਤੇ ਦੂਜੇ ਪਾਸੇ ਮੁੱਠੀ ਭਰ ਲੋਕ। ਸਮੇਂ ਦੀਆਂ ਅੱਖਾਂ ਨੇ ਇਤਿਹਾਸ ਵਿੱਚ ਐਸੇ ਮੁਕਾਬਲੇ ਬਹੁਤ ਘੱਟ ਵੇਖੇ ਨੇ। ਐਡੇ ਵੱਡੇ ਲਸ਼ਕਰ ਜਿਸ ਵਿੱਚ ਬੇਸ਼ੁਮਾਰ ਸਿਪਾਹੀ, ਆਲਾ ਤੋਪਖਾਨਾ, ਅਗਵਾਈ ਲਈ ਪ੍ਰਸਿੱਧ ਜਰਨੈਲ, 94 ਜੰਗਜੂ, ਸਾਦਾਤ ਬਾਹਰਾ ਦੇ ਸੂਰਬੀਰ ਸੱਜਦਾਂ ਦੇ ਤੁੰਮਣ ਸਾਥ, ਰਾਜਪੂਤੀ ਸ਼ਾਨ ਵਾਲੇ ਸੂਰਮੇ ਤੇ ਜਾਟ ਬਹਾਦਰ ਮਰ ਮਿਟਣ ਲਈ ਕਾਲੇ ਮੁਸਲਮਾਨ ਨਵਾਬ ਆਪਣੀਆਂ ਫੌਜਾਂ ਲੈ ਕੇ ਮਿਲ ਚੁੱਕੇ ਸਨ। ਰਲ ਚੁੱਕੇ ਮੁਲਖਈਆ ਦਾ ਕੋਈ ਓੜਕ ਹੀ ਨਹੀਂ। ਇੱਥੋਂ ਤੱਕ ਕਿ ਬਾਦਸ਼ਾਹ ਤੇ ਉਸ ਦੇ ਚਾਰੇ ਪੁੱਤ ਵੀ ਅਗਵਾਈ ਤੇ ਹੌਸਲਾ ਵਧਾਉਣ ਖਾਤਰ ਲਸ਼ਕਰ ਦਾ ਮਰਕਜ਼ ਬਣੇ ਹੋਏ ਸਨ।
ਇਸ ਤੋਂ ਵੱਧ ਮੁਲਾਣੀਆਂ ਮੁਫਤੀਆਂ ਦੀ ਤਕੜੀ ਧਾੜ, ਲਸ਼ਕਰ ਵਿੱਚ ਇਸਲਾਮੀ ਜੋਸ਼ ਚਾੜ੍ਹਨ ਤੇ ਹੂਰਾਂ ਬਹਿਸ਼ਤਾਂ ਦੇ ਜਲਵੇ ਦਿਖਾਉਣ ਲਈ ਸਭ ਤੋਂ ਸਰਗਰਮ ਸਿੰਘਾਂ ਦੀ ਤੇਗ ਦੀ ਧਾਂਕ ਦੀਆਂ ਦਾਸਤਾਨਾਂ ਸੁਣ ਸੁਣ ਕੇ ਬੰਦਾ ਸਿੰਘ ਨੂੰ ਮੋਮਨਾ ਲਈ ਮਲਕੁਲ ਮੌਤ ਸਮਝ ਕੇ ਦਿਲ ਛੱਡ ਗਿਆਂ ਨੂੰ ਨਬੀ ਰਸੂਲ ਦੇ ਨਾਂ ਦੇ ਵਾਸਤੇ ਪਾ ਤਾਵੀਜ਼ ਲਿਖ ਦੇਣ ਤੇ ਇਮਾਮ ਜਾਮਨ ਡੋਲਿਆਂ ਤੇ ਬੰਨਣ ਲਈ ਮੌਲਵੀ ਮੁਲਾਣਿਆਂ ਦਿਨ ਰਾਤ ਇੱਕ ਕੀਤਾ ਪਿਆ ਸੀ। ਇਸ ਮੌਤ ਦੇ ਤੂਫਾਨ ਨੂੰ ਵੇਖ ਕੇ ਵਾਕਿਆ ਹੀ ਕੋਈ ਹੋਰ ਕੌਮ ਹੁੰਦੀ ਤਾਂ 2 ਮੰਜ਼ਲਾਂ ਅੱਗੇ ਜਾ ਕੇ ਬਾਦਸ਼ਾਹ ਦੇ ਜਾਹੋ ਜਲਾਲ ਤੋਂ ਡਰਦੀ, ਪ੍ਰਾਣਾਂ ਦੀ ਭੀਖ ਮੰਗਦੀ ਤੇ ਸੁਲ੍ਹਾ ਲਈ ਲਿਲਕੜੀਆਂ ਲੈਂਦੀ। ਪਰ ਇਹ ਭੂਰਿਆਂ ਵਾਲੇ ਫੌਲਾਦ ਦਾ ਜਿਗਰਾ ਰੱਖਣ ਵਾਲੇ ਲੋਕ ਸਨ, ਜਿਨ੍ਹਾਂ ਆਜ਼ਾਦੀ, ਅਣਖ ਤੇ ਦੇਸ਼ ਧਰਮ ਦੇ ਵਕਾਰ ਦੀ ਖਾਤਰ ਮੌਤ ਨੂੰ ਮਸ਼ਕਰੀਆਂ ਕੀਤੀਆਂ। ਉਹ ਦੁਸ਼ਮਣ ਦੀਆਂ ਵੱਧ ਰਹੀਆਂ ਮਾਰੂ ਕਾਂਗਾਂ ਨੂੰ ਕੁੰਡੇ ਮੁਸ਼ਹਿਰੇ ਤੇ ਰੋਹ ਭਰੀਆਂ ਅੱਖਾਂ ਨਾਲ ਚਟਾਨ ਵਾਂਗੂ ਡਟੇ ਉਡੀਕ ਰਹੇ ਸਨ। ਸਮੇਂ ਦੀ ਬੋਲੀ ਬਹਾਦਰ ਸ਼ਾਹ ਨੂੰ ਸੁਨੇਹਾ ਦੇ ਰਹੀ ਹੈ, ਬਾਦਸ਼ਾਹ ਸਲਾਮਤ, ਜਰਾ ਸੰਭਲ ਕੇ, ਅੱਗੇ ਮਠਿਆਈ ਨਹੀਂ ਜੋ ਮੂੰਹ ਭਰ ਕੇ ਬੁਰਕ ਮਾਰ ਲਵੋਗੇ। ਨਿਰੋਲ ਫੌਲਾਦੀ ਚਣੇ ਹਨ, ਇਹ ਦੰਦ ਵੀ ਭੰਨ ਦੇਣਗੇ ਤੇ ਗਲੋਂ ਵੀ ਥੱਲੇ ਨਹੀਂ ਉਤਰਨਗੇ। ਸਾਬਤ ਨਿਗਲ ਲਏ ਤਾਂ ਪਚਣਗੇ ਨਹੀਂ, ਆਂਦਰਾਂ ਪਾੜ ਕੇ ਬਾਹਰ ਆ ਜਾਣਗੇ। ਇਹ ਉਹ ਸਾਹਸਹੀਣ, ਅਣਖਹੀਣ ਤੇ ਬਲਹੀਣ ਪੁਤਲੀਆਂ ਨਹੀਂ ਜੋ ਲੱਖਾਂ ਦੀ ਗਿਣਤੀ ਵਿੱਚ ਹੁੰਦੇ ਹੋਏ ਵੀ ਤੁਹਾਡੇ ਵੱਡ ਵਡੇਰਿਆਂ ਦੀ ਥੋੜੀ ਜੀ ਗਿਣਤੀ ਮੂਹਰੇ ਭੇਡਾਂ ਵਾਂਗ ਮਿਆਂਕਦੇ ਹੋਏ ਜਾਨ ਬਚਾਉਣ ਦੀ ਖਾਤਰ ਇੱਜੜਾਂ ਦੇ ਇੱਜੜ ਭੱਜ ਨਿਕਲਦੇ ਸਨ। ਤੁਹਾਡੇ ਗਾਜ਼ੀ ਮਹਿੰਦੀ ਲਾਈ ਤੇ ਗਾਨੇ ਬੰਨੀ ਅੱਗੇ ਪਿਆਂ ਮੁਰਦਿਆਂ ਤੋਂ ਲਹੋਇਆਂ ਨੂੰ ਵੱਧ ਮਾਰਦੇ ਸਨ ਤੇ ਜਾਮੇ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਜਹਾਂ ਪਨਾਹ ਤੁਹਾਡੇ ਵਡੇਰੇ ਖੁਸ਼ੀ ਵਿੱਚ ਨਹੀਂ ਸਨ ਮਿਆਉਂਦੇ ਤੇ ਬੜੇ ਖਿਤਾਬ ਬਖਸ਼ਦੇ ਸਨ, ਨਿਤ ਜਸ਼ਨ ਹੁੰਦੇ ਸਨ। ਪਰ ਅੱਜ ਤੁਹਾਡੇ ਅੱਗੇ ਨਿਮਾਣੀਆਂ ਪੁਤਲੀਆਂ ਨਹੀਂ ਹਨ, ਅੱਜ ਮੂਹਰੇ ਮਿਆਂਕਣ ਵਾਲੀਆਂ ਭੇਡਾਂ ਨਹੀਂ ਹਨ, ਮੈਦਾਨ ਵਿੱਚ ਬੁੱਕਣ ਵਾਲੇ ਸ਼ੇਰ ਹਨ। ਅੱਜ ਜਿੱਤ ਤੇਗੀ ਤੁਲੂਗੀ, ਇਹ ਗਿਣਤੀਆਂ ਮਿਣਤੀਆਂ ਤੇ ਥੋੜ ਜਾਂ ਅਣਹੋਂਦ ਨੂੰ ਖਾਤਰ ਵਿੱਚ ਨਹੀਂ ਲਿਆਉਂਦੇ। ਇਹ ਅਟੇ ਸਟੇ ਸਵਾ ਲੱਖ ਨਾਲ ਟੱਕਰਨ ਤੇ ਗੱਲ ਇੱਕ ਸਿਰੇ ਲਾ ਦੇਣ ਵਿੱਚ ਯਕੀਨ ਰੱਖਦੇ ਹਨ। ਤੇਰੇ ਪਾਸ ਪੌਣੇ 200 ਸਾਲ ਪੁਰਾਣਾ ਤੇ ਸ਼ਕਤੀਸ਼ਾਲੀ ਰਾਜ ਹੈ, ਸਾਰੇ ਹਿੰਦੁਸਤਾਨ ਦਾ ਰਾਜ। ਇਹਨਾਂ ਪਾਸ ਮਸਾਂ 2-3 ਮਹੀਨੇ ਦੀ ਉਮਰ ਦਾ ਰਾਜ ਹੈ ਜੋ ਰਿੜਨਾ ਵੀ ਨਹੀਂ ਜਾਣਦਾ। ਪਰ ਫਿਰ ਵੀ ਸ਼ਾਹ ਸੰਭਲ ਕੇ, ਦਲਾਂ ਵਿੱਚ ਨਰਾਲੇ ਹੀ ਹੋਣਗੇ ਮੁਕਾਬਲੇ, ਸ਼ਾਹ ਹੋਣੀ ਅੱਜ ਨਾ ਟਲੇ। ਬਾਦਸ਼ਾਹ ਸਿੱਖਾਂ ਵੱਲੋਂ ਇੰਨਾ ਪਰੇਸ਼ਾਨ ਤੇ ਘਬਰਾਇਆ ਹੋਇਆ ਸੀ ਕਿ ਉਹ ਆਪਣੀ ਰਾਜਧਾਨੀ ਦਿੱਲੀ ਅੰਦਰ ਵੀ ਨਹੀਂ ਵੜਿਆ। ਕੂਚ ਕਰਕੇ ਰਵਾਂ-ਰਵੀਂ ਸਿੱਧਾ ਸੋਨੀਪਤ ਵੱਲ ਹੋ ਤੁਰਿਆ ਤੇ ਅਕਤੂਬਰ ਦੇ ਆਖਰੀ ਹਫ਼ਤੇ ਇੱਥੇ ਆਣ ਉਤਰਿਆ। ਉਸ ਨੂੰ ਇੱਥੇ ਹੀ ਖਬਰ ਮਿਲੀ ਕਿ ਮੋਰਖੇ ਸੁਰੱਖਿਆ ਦਲ ਦੀਆਂ ਸਿੱਖਾਂ ਨਾਲ ਕੁਝ ਝੜਪਾਂ ਹੋਈਆਂ ਹਨ। ਕਰਨਾਲੋਂ 24 ਕਿਲੋਮੀਟਰ ਉੱਤਰ ਵਿੱਚ ਅਮੀਨਗੜ੍ਹ ਦੇ ਸਥਾਨ ਤੇ ਫਿਰੋਜ਼ ਖਾਂ ਮੇਵਾਤੀ ਤੇ ਬਨੋਦ ਸਿੰਘ ਵਿਚਕਾਰ ਤਕੜੀ ਲੜਾਈ ਹੋਈ ਹੈ। ਫਿਰੋਜ਼ ਖਾਂ ਨੇ ਸ਼ਹੀਦ ਹੋ ਚੁੱਕੇ ਤੇ ਜ਼ਖਮੀ ਹੋਏ ਸਿੱਖਾਂ ਦੇ 300 ਸਿਰ ਕੱਟ ਕੇ ਬਾਦਸ਼ਾਹ ਨੂੰ ਤੋਹਫੇ ਦੇ ਤੌਰ ਤੇ ਸੋਨੀਪਤ ਕਲਾਏ। ਬਾਦਸ਼ਾਹ ਨੇ ਅਤੀ ਪ੍ਰਸੰਨ ਹੋ ਕੇ ਉਸ ਨੂੰ 1 ਲੱਖ ਰੁਪਏ ਨਗਦ ਇਨਾਮ ਦਿੱਤਾ ਤੇ ਆਪਣਾ ਪਹਿਲਾ ਫਰਮਾਨ ਬਦਲ ਕੇ ਜੈਨਦੀਨ ਖਾਂ ਦੀ ਥਾਂ ਫਿਰੋਜ਼ ਖਾਂ ਮੇਵਾਤੀ ਨੂੰ ਸਰਹੰਦ ਦਾ ਗਵਰਨਰ ਬਣਾ ਦਿੱਤਾ। ਫਿਰੋਜ਼ ਖਾਂ ਅੱਗੇ ਵਧਿਆ। ਬਨੋਦ ਸਿੰਘ ਤੇ ਰਾਮ ਸਿੰਘ ਨਾਲ ਪਹਿਲਾਂ ਤਾਂ ਰੋੜੀ ਤੇ ਫਿਰ ਥਾਨੇਸਰ ਉਸ ਦੀ ਟੱਕਰ ਹੋਈ। ਦੋਈ ਥਾਈਂ ਮੇਵਾਤੀ ਦਾ ਪੱਲਾ ਭਾਰਾ ਰਿਹਾ। ਬਨੋਦ ਸਿੰਘ ਤੇ ਰਾਮ ਸਿੰਘ ਪਿੱਛੇ ਹਟ ਗਏ। ਉਸ ਨੇ ਦੋਵਾਂ ਥਾਵਾਂ ਤੇ ਕਬਜ਼ਾ ਕਰਕੇ ਆਪਣੇ ਫੌਜੀ ਅੱਡੇ ਕਾਇਮ ਕਰ ਦਿੱਤੇ। ਮਾਰੇ ਗਏ ਸਿੱਖਾਂ ਦੇ ਸਿਰ ਉਸ ਨੇ ਸੜਕ ਦੇ ਦੋਹੀਂ ਪਾਸੇ ਰੁੱਖਾਂ ਨਾਲ ਟੰਗ ਦਿੱਤੇ ਤਾਂ ਕਿ ਆਉਂਦੇ ਜਾਂਦੇ ਹੋਰ ਲੋਕਾਂ ਸਮੇਤ ਬਾਦਸ਼ਾਹ ਇਸ ਪਾਸੇ ਨੂੰ ਆਉਂਦਾ ਹੋਇਆ ਉਸ ਦੀ ਕਾਰਗੁਜ਼ਾਰੀ ਤੇ ਬਹਾਦਰੀ ਦਾ ਸਬੂਤ ਅੱਖੀਂ ਵੇਖ ਲਵੇ। ਯਾਦ ਰਹੇ, ਇਹ ਜੰਗਜੂ ਸਿੱਖਾਂ ਦੇ ਸਿਰ ਨਹੀਂ ਸਨ, ਸਗੋਂ ਬਹੁਤੇ ਸਿਰ ਪਿੰਡਾਂ 'ਚੋਂ ਨਵ ਸੱਜੇ ਸਿੰਘਾਂ ਦੇ ਸਨ
ਜਿਨ੍ਹਾਂ ਨੂੰ ਕਤਲ ਕਰਕੇ ਸਿਰ ਟੰਗੇ ਗਏ ਤਾਂ ਕਿ ਲੋਕ ਭੈ ਭੀਤ ਹੋਣ ਤੇ ਸਿੰਘ ਸੱਜ ਕੇ ਬੰਦਾ ਸਿੰਘ ਨਾਲ ਨਾ ਮਿਲਣ। ਥਾਨੇਸਰ ਤੋਂ ਅੱਗੇ ਮੇਵਾਤੀ ਸ਼ਾਹਬਾਦ ਵੱਲ ਵਧਿਆ ਤੇ ਤਕੜੀ ਲੜਾਈ ਪਿੱਛੋਂ ਇਸ ਨੂੰ ਜਿੱਤ ਕੇ ਕਾਬੂ ਕਰ ਲਿਆ। ਬਾਦਸ਼ਾਹ ਵੀ ਕੂਚ ਕਰਦਾ ਹੋਇਆ ਪਿੱਛੇ ਆ ਰਿਹਾ ਸੀ। ਨਵੰਬਰ 1710 ਈਸਵੀ ਵਿੱਚ ਉਹ ਪਾਣੀਪਤ, ਕਰਨਾਲ, ਥਾਨੇਸਰ ਥਾਣੀ ਹੁੰਦਾ ਹੋਇਆ ਸ਼ਾਹਬਾਦ ਅੱਪੜ ਗਿਆ। ਉਸ ਨੇ ਬਰਾੜੇ ਆਪਣਾ ਤੰਬੂ ਲਾ ਦਿੱਤਾ। 1 ਮਹੀਨੇ ਵਿੱਚ ਉਸ ਨੇ ਸਿਰਫ 150 ਕਿਲੋਮੀਟਰ ਦਾ ਪੰਧ ਮੁਕਾਇਆ। ਦਸੰਬਰ 1710 ਈਸਵੀ ਦੇ ਆਰੰਭ ਵਿੱਚ ਉਹ ਵੱਧ ਕੇ ਸਢੌਰੇ ਆ ਗਿਆ ਤੇ ਸਢੌਰੇ ਨੂੰ ਆਪਣੀ ਮੁਹਿੰਮ ਦਾ ਕੈਂਪ ਬਣਾ ਲਿਆ। ਸ਼ਮਸ ਖਾਂ ਨੇ ਸਰਹੰਦ ਦੇ ਦੁਆਲੇ ਦੇ ਵਸਦੇ ਸਿੱਖਾਂ ਨੂੰ ਕਤਲ ਕਰਕੇ ਉਹਨਾਂ ਦਾ 300 ਸਿਰ ਬਾਦਸ਼ਾਹ ਪਾਸ ਸਢੌਰੇ ਪੁੱਜਦਾ ਕੀਤਾ। ਫਿਰੋਜ਼ ਖਾਂ ਮੇਵਾਤੀ ਨੂੰ ਇੱਕ ਨਵਾਂ ਹੋਰ ਹੁਕਮ ਮਿਲਿਆ ਕਿ ਮੁੜ ਸ਼ਾਹੀ ਕਬਜ਼ੇ ਵਿੱਚ ਆਏ ਇਲਾਕਿਆਂ ਵਿੱਚੋਂ ਸਿੱਖਾਂ ਦੇ ਠਾਣੇ ਉਠਾ ਦੇਵੇ ਤੇ ਦਿੱਲੀ ਸਰਕਾਰ ਦੇ ਠਾਣੇ ਮੁੜ ਬਹਾਲ ਕਰੇ। ਫਿਰੋਜ਼ ਖਾਂ ਨੇ ਬੜੀ ਫੁਰਤੀ ਨਾਲ ਇਹ ਹੁਕਮ ਪੂਰਾ ਕੀਤਾ ਤੇ ਮੁਗਲ ਰਾਜ ਇੱਕ ਵਾਰ ਫਿਰ ਕਾਇਮ ਹੋ ਗਿਆ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 6ਵਾਂ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।